कोविड-19 के चलते पहले ही सरकार को काफी आर्थिक तंगी का सामना करना पड़ रहा है, लेकिन भट्ठा उद्योग से जुड़े सरकारी विभाग की उदासीनता से सरकार को रोजाना लाखों रुपए का चूना लगाया जा रहा है, जिसे रोकने के लिए सरकार को कड़े कदम उठाने चाहिए। बताया जा रहा है कि अन्य शहरों से संबंधित भट्ठों से ईंटें लाकर होशियारपुर में बेची जा रही हैं तथा ये सब बिना बिल एवं लाइसेंस से हो रहा है। होशियारपुर तहसील ब्रिक्स क्लीन एसोसिएशन ने पंजाब सरकार से मांग की कि अन्य जिलों से बिना बिल एवं बिना लाइसेंस के बेची जा रही ईंटों पर रोक लगाने के लिए कड़े कदम उठाने चाहिए। होशियारपुर तहसील ब्रिक्स क्लीन एसोसिएशन ने पंजाब सरकार से मांग की कि अन्य जिलों से बिना बिल एवं बिना लाइसेंस के बेची जा रही ईंटों पर रोक लगाने के लिए कड़े कदम उठाए जाएं। मनदीप सिंह भाई मानसा तो जट्टां दे भट्ठे दी वीरे इत्थे सामने इधर खाली करने जी आ बागवानी विभाग च हैगे सी बिल तां चलान भी होया गड्डी दा हां जी होया जी ओवरलोड दा जी बिकर सिंह मानसा मंडी रामपुरे फूल च है भट्ठा ਇੱਥੇ ਕਿੱਥੇ ਲੈ ਕੇ ਆਏ ਜੀ ਉਹਦੇ ਹੁਸ਼ਿਆਰਪੁਰ ਮੰਗਾਈ ਗੋਲਡੀ ਜੀ ਕਿੱਥੇ ਇਹਨਾਂ ਦਾ ਟਾਂਡਾ ਰੋਡ ਤੇ ਪੰਪ ਕੋਲੇ। मैं मनीष गुप्ता प्रधान ਹੁਸ਼ਿਆਰਪੁਰ तहसील भट्ठा मालक यूनियन। मैं तुहाडे नोटिस ये लियाना चाहता कि ये रोज़ाना साडे ਹੁਸ਼ਿਆਰਪੁਰ माल विचों 30-40 ट्रक रोज़ ਜਿਹੜੇ 20-25 ਹਜ਼ਾਰ ਇੱਟ ਲੈ ਕੇ ਮਤਲਬ ਲੱਖਾਂ ਦੇ ਹਿਸਾਬ ਨਾਲ ਇੱਟ ਰੋਜ਼ ਆ ਕੇ ਵਿਕ ਰਹੀ ਹੈ। ਇਹ ਬਹੁਤ ਹੀ ਘਟੀਆ ਕੁਆਲਿਟੀ ਦੀ ਇੱਟਾਂ ਉੱਧਰ ਦੀਆਂ ਜ਼ਮੀਨਾਂ ਹੈਗੀਆਂ ਕਲਰਾਠੀਆਂ ਜੀ, ਉਹਦੀ ਆਵਾਜ਼ ਬਹੁਤ ਹੈ, ਲੇਕਿਨ ਥੋੜ੍ਹੇ 3-4 ਸਾਲਾਂ ਬਾਅਦ ਪਲਸਤਰ ਝੜਨ ਲੱਗ ਪੈਂਦਾ, ਲੋਕੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ। ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ, ਬਿਨਾਂ ਬਿੱਲ ਤੋਂ। ਆ ਅਸੀਂ ਗੱਡੀ ਫੜੀ ਸੀ, ਰੋਕੀ ਹੈ, ਇੱਥੇ ਖੜੀ ਸੀ, ਇਹਨੂੰ ਪੁੱਛਿਆ ਕਿ ਤੇਰੇ ਕੋਲ ਬਿੱਲ ਹੈ? ਇਹ ਕੋ ਕੋਈ ਬਿੱਲ ਨਹੀਂ ਹੈ। ਇੱਕ ਸਾਨੂੰ DFC ਡਿਪਾਰਟਮੈਂਟ ਤੋਂ ਲਾਇਸੈਂਸ ਮਿਲਦਾ, ਅਸੀਂ ਉਸ ਲਾਇਸੈਂਸ ਦੇ ਕਾਰਨ ਹੀ ਇੱਟਾਂ ਵੇਚ ਸਕਦੇ ਤੇ ਬਣਾ ਸਕਦੇ ਹਾਂ। ਉਹ ਲਾਇਸੈਂਸ ਨਾ ਹੋਵੇ ਅਸੀਂ ਇੱਟ ਨਹੀਂ ਵੇਚ ਸਕਦੇ। ਅਸੀਂ ਵੀ ਆਪਣਾ ਆਫਿਸ ਖੋਲ੍ਹ ਕੇ ਇੱਟ ਨਹੀਂ ਵੇਚ ਸਕਦੇ। ਇਹ ਦੇਖੋ ਬਿਨਾਂ ਲਾਇਸੈਂਸ ਤੋਂ ਬਿਨਾਂ ਬਿੱਲ ਤੋਂ ਜਗ੍ਹਾ ਜਗ੍ਹਾ ਇਹਨਾਂ ਨੇ ਇੱਟਾਂ ਰੱਖੀਆਂ ਹੋਈਆਂ ਪਿੰਡਾਂ 'ਚ, ਉੱਥੇ ਲਾਈ ਜਾਂਦੇ ਨੇ। ਜਗ੍ਹਾ ਜਗ੍ਹਾ ਘਰ ਤੋਂ ਘਰ ਜਾ ਕੇ 500 ਇੱਟ ਚਾਹੀਦੀ 500, 1000 ਇੱਟ ਚਾਹੀਦੀ 1000। ਇੰਨੀ ਪੂਅਰ ਕੁਆਲਿਟੀ ਨਾ ਇਹਦੀ, ਤੁਸੀਂ ਦੇਖੋਗੇ ਨਾ ਕੋਈ ਰੰਗ ਆ ਨਾ ਕੋਈ ਢੰਗ ਆ, ਬਾਹਰ ਲੋਕਾਂ ਨੂੰ ਸਸਤੀ ਇੱਟ ਦੇਈ ਜਾਂਦੇ ਨੇ। ਇਹ ਕਈ ਡੀਲਰ ਸਾਡੇ ਬਹੁਤ ਜਗ੍ਹਾ ਜਗ੍ਹਾ ਹਰੇ ਪਿੰਡ ਦੇ ਵਿੱਚ ਡੀਲਰ ਪੈਦਾ ਹੋ ਗਏ ਨੇ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਫਿਟ ਮਿਲਦਾ ਇਹਦੇ 'ਚੋਂ। ਇਹ ਤਕਰੀਬਨ 4.5-5 ਹਜ਼ਾਰ ਦੇ ਵਿੱਚ ਉਹਨਾਂ ਨੂੰ ਆਉਂਦੀ ਹੈ ਅਤੇ ਗਾਹਕ ਨੂੰ ਅੱਗੇ 6,000-6500 ਨੂੰ ਵੇਚੀ ਜਾਂਦੇ ਨੇ ਜੀ। ਲੱਖਾਂ ਰੁਪਏ ਦੀ ਕਮਾਈ ਕਰ ਰਹੇ ਨੇ। ਅਸੀਂ ਦੇਖੋ ਇੱਕ ਭੱਠੇ 'ਤੇ ਲੱਖਾਂ ਰੁਪਏ ਲਾਏ ਹੋਏ ਨੇ। ਤਕਰੀਬਨ ਇੱਕ ਭੱਠੇ 'ਤੇ ਜੇ ਸਹੀ ਭੱਠਾ ਬਣਿਆ ਹੋ ਤਾਂ ਕਰੋੜ ਰੁਪਏ ਨੂੰ ਪਹੁੰਚ ਜਾਂਦਾ ਜੀ। ਠੀਕ ਹੈ ਜੀ। ਉਹਦੇ ਵਿੱਚ 50-60 ਪਰਿਵਾਰ ਸਿੱਧੀ ਰੋਟੀ ਖਾਂਦੇ ਨੇ। ਤਕਰੀਬਨ 50-60 ਪਰਿਵਾਰ ਮਤਲਬ 200-250 ਬੰਦਾ ਸਿੱਧਾ ਰੋਜ਼ਗਾਰ ਮਿਲਦਾ ਉਹਨਾਂ ਨੂੰ। ਅਸੀਂ ਇੱਕ ਭੱਠਾ ਤਕਰੀਬਨ 10 ਲੱਖ ਰੁਪਇਆ ਸਰਕਾਰ ਨੂੰ ਟੈਕਸ ਦਿੰਦਾ ਪਏ। ਲੱਖ ਰੁਪਏ ਤੋਂ ਘੱਟ ਕਿਸੇ ਵੀ ਭੱਠੇ ਦਾ ਬਿਜਲੀ ਦਾ ਬਿੱਲ ਨਹੀਂ ਹੋਣਾ। ਅਸੀਂ ਇੰਨਾ ਪੈਸਾ ਲਾਉਂਦੇ, ਇੰਨਾ ਟੈਕਸ ਦਿੰਦੇ, ਇੰਨੀ ਇਨਵੈਸਟਮੈਂਟ ਲਾਈ ਹੋਈ ਹੈ, ਲੇਕਿਨ ਸਾਡੇ ਭੱਠਿਆਂ ਦੀ ਸੇਲ 0 ਹੈ ਜੀ, ਕਿਉਂਕਿ ਇਹ ਹਲਕੀ ਇੱਟਾਂ ਘੱਟ ਰੇਟ 'ਤੇ ਗਾਹਕਾਂ ਨੂੰ ਦੇਈ ਜਾਂਦੇ ਨੇ। ਅਸੀਂ ਸਾਰੇ ਡਿਪਾਰਟਮੈਂਟਾਂ ਨੂੰ ਕਹਿ ਰਹੇ ਹਾਂ ਕਿ ਇਹ ਇੱਟਾਂ ਨੂੰ ਰੋਕਿਆ ਜਾਵੇ। ਅਸੀਂ GST ਡਿਪਾਰਟਮੈਂਟ ਨੂੰ ਵੀ ਕਿਹਾ ਜੀ, ਅਸੀਂ DFC ਡਿਪਾਰਟਮੈਂਟ ਨੂੰ ਵੀ ਕਿਹਾ ਹੈ ਕਿ ਇਹ ਇੱਟਾਂ ਰੋਕੀਆਂ ਜਾਵੇ, ਨਹੀਂ ਤਾਂ ਸਾਨੂੰ ਭੱਠੇ ਚਲਾਉਣੇ ਬਹੁਤ ਮੁਸ਼ਕਿਲ ਹੋ ਗਏ ਨੇ। ਅਸੀਂ ਆਪਣੇ ਇੰਪਲੋਈਜ਼ ਨੂੰ ਤਨਖਾਹ ਦੇਣਾ ਵੀ ਮੁਸ਼ਕਿਲ ਹੋਇਆ। ਅਸੀਂ ਤਾਂ ਹੀ ਸੜਕਾਂ 'ਤੇ ਨਿਕਲੇ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਸੜਕਾਂ 'ਤੇ ਜਾ ਕੇ ਗੱਡੀਆਂ ਰੋਕ ਕੇ ਚੈੱਕ ਕਰਨੀਆਂ। ਇਹ ਡਿਪਾਰਟਮੈਂਟ ਦੇ ਕੰਮ ਆ, ਸਾਡਾ ਕੰਮ ਨਹੀਂ ਹੈਗਾ। ਲੇਕਿਨ ਹੁਣ ਅਸੀਂ ਲੋਸ ਬੀਅਰ ਨਹੀਂ ਕਰ ਸਕਦੇ। ਬਹੁਤ ਮੁਸ਼ਕਿਲ ਹੋ ਗਿਆ ਸਾਡੇ ਲਈ ਭੱਠਾ ਚਲਾਉਣਾ। ਅਸੀਂ ਮੰਗ ਪੱਤਰ ਤਾਂ ਨਹੀਂ ਹਜੇ ਦਿੱਤਾ ਜੀ, ਸਾਡੀ ਵਰਬਲੀ ਗੱਲ ਹੋਈ ਆ, ਲੇਕਿਨ ਅਸੀਂ ਸੋਮਵਾਰ ਮੰਗ ਪੱਤਰ ਜ਼ਰੂਰ ਦੇਵਾਂਗੇ। DFC ਡਿਪਾਰਟਮੈਂਟ ਨੂੰ ਵੀ ਦੇਵਾਂਗੇ, GST ਡਿਪਾਰਟਮੈਂਟ ਨੂੰ ਵੀ ਦੇਵਾਂਗੇ। ਆਹ ਦੇਖੋ ਨਾ, ਇੱਕ ਆਹ ਗੱਡੀ ਹੈ, ਇਹਦੇ ਵਿੱਚ 25,000 ਇੱਟ ਹੈ ਜੀ। 25 ਇੱਕ ਇੱਟ 3 ਕਿਲੋ ਦੀ ਤਕਰੀਬਨ ਆ। 75 ਟਨ ਮਾਲ ਹੈ ਇਹਦੇ 'ਚ। ਕਿੰਨਾ ਓਵਰਲੋਡ ਹੈ ਜੀ। ਇਹਨੇ ਸੜਕਾਂ ਦਾ ਕੀ ਹਾਲ ਕਰਨਾ? ਸੜਕਾਂ ਹੀ ਤੋੜਨੀਆਂ ਨੇ। ਇਹ ਬਠਿੰਡੇ ਤੋਂ ਆਈ ਹੈ ਮਾਨਸਾ, ਕਿੱਥੋਂ ਗੱਡੀ ਆ ਕੇ ਇੱਥੇ ਵੇਚ ਰਹੇ ਨੇ। ਉੱਥੇ ਲੋਕਲ ਗਾਹਕ ਇਹਨੂੰ ਖਰੀਦਦਾ ਨਹੀਂ ਹੈ ਇਹਨਾਂ ਦੀ ਇੱਟਾਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੀ ਆਸੇ-ਪਾਸੇ ਜ਼ਮੀਨ ਕਲਰਾਠੀ ਹੈ। ਠੀਕ ਹੈ ਜੀ। ਕੋਲਾ ਇਹ ਲਾਉਂਦੇ ਨਹੀਂ, ਤੂੜੀ ਨਾਲ ਇੱਟਾਂ ਬਣਾਈ ਜਾਂਦੇ ਨੇ। ਤੂੜੀ ਦੀ ਪਕਾਈ ਦੀ ਇੱਟ ਹੈ, ਟੋਟਾ ਕਰਾਂਗੇ ਨਾ ਜੀ, ਅੰਦਰੋਂ ਕੱਚੀ ਨਿਕਲਣੀ ਹੈ। ਲੋਕੀ ਇਹਨੂੰ 3-4 ਸਾਲ ਬਾਅਦ ਆਪਣੇ ਉਹਨਾਂ ਨੂੰ ਇਹ ਲੱਗਣਾ ਕਿ ਮੈਂ ਠੱਗ ਗਿਆ।
ਇਹ ਸਿਰਫ ਡੀਲਰਾਂ ਨੇ ਆਪਣਾ ਪ੍ਰੋਫਿਟ ਵਧਾਉਣ ਲਈ ਇਹ ਇੱਟਾਂ ਵੇਚੀ ਜਾਂਦੇ ਨੇ। ਮੈਂ ਡਿਪਾਰਟਮੈਂਟਸ ਨੂੰ ਕਹਿਣਾ ਜੀ ਕਿ ਜਲਦੀ ਤੋਂ ਜਲਦੀ ਐਕਸ਼ਨ ਲੈਣ, ਨਹੀਂ ਤਾਂ ਅਸੀਂ ਆਪਣੀਆਂ ਭੱਠੀਆਂ ਦੀਆਂ ਚਾਬੀਆਂ ਲਿਆ ਕੇ ਤੁਹਾਨੂੰ ਦੇ ਦੇਣੀਆਂ। ਮੈਂ ਡੀਸੀ ਮੈਡਮ ਨੂੰ ਵੀ ਅਰਜ਼ ਕਰਦਾ, ਡੀਐਫਸੀ ਡਿਪਾਰਟਮੈਂਟ, ਜੀਐਸਟੀ ਡਿਪਾਰਟਮੈਂਟ, ਸਾਰਿਆਂ ਨੂੰ ਅਰਜ਼ ਕਰਦਾ ਜੀ ਕਿ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਲਿੱਤਾ ਜਾਵੇ, ਜਲਦੀ ਤੋਂ ਜਲਦੀ ਲਿੱਤਾ ਜਾਵੇ, ਤਾਂ ਜੋ ਇਹ ਚੋਰ ਬਜ਼ਾਰੀ ਬੰਦ ਹੋਵੇ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਜੀ ਕਿ ਸਾਡੀ ਇੱਟਾਂ ਤੇ 5% ਟੈਕਸ ਆ, ਤਕਰੀਬਨ 6000 ਰੁਪਇਆ ਰੇਟ ਹੈ ਇੱਟ ਦਾ। ਇੱਕ ਇੱਟ 1000 ਇੱਟ ਤੇ 300 ਰੁਪਇਆ ਟੈਕਸ ਬਣ ਗਿਆ। ਲੱਖਾਂ ਇੱਟਾਂ ਆ ਰਹੀਆਂ, ਲੱਖਾਂ ਦੇ ਹਿਸਾਬ ਨਾਲ ਕਿੰਨਾ ਲੱਖਾਂ ਰੁਪਏ ਦਾ ਰੋਜ਼ ਦਾ ਟੈਕਸ ਡਿਪਾਰਟਮੈਂਟ ਨੂੰ, ਸਰਕਾਰ ਨੂੰ ਘਾਟਾ ਪੈ ਰਿਹਾ ਰੋਜ਼ਾਨਾ। ਉੱਦਾਂ ਸਰਕਾਰ ਕਹਿੰਦੀ ਆ ਜੀ ਅਸੀਂ ਆਰਥਿਕ ਮੰਦੀ ਚੋਂ ਨਿਕਲ ਰਹੇ ਹਾਂ, ਇੱਦਾਂ ਚੋਰੀ ਹੋਈ ਜਾਂਦੀ ਆ। ਇਹ 'ਚ ਜੇ ਉਹ ਇਸ ਚੀਜ਼ ਨੂੰ ਰੋਕਣਗੇ, ਸਾਡਾ ਤਾਂ ਫਾਇਦਾ ਹੈ ਹੀ ਹੈ, ਇੰਡਸਟਰੀ ਨੂੰ ਤਾਂ ਹੈਗਾ ਹੀ ਹੈਗਾ। ਸਰਕਾਰ ਨੂੰ ਲੱਖਾਂ ਰੁਪਏ ਟੈਕਸ ਵੱਧ ਜਾਏਗਾ, ਸਾਡੀ ਸੇਲ ਵਧੂਗੀ। ਅਸੀਂ ਟੈਕਸ ਦੇ ਰਹੇ ਹਾਂ ਸਰਕਾਰ ਨੂੰ, ਹੁਣ ਸਾਡੀ ਸੇਲ ਹੀ ਹੈ ਨਹੀਂ ਜੀ, ਅਸੀਂ ਕੀ ਟੈਕਸ ਦੇਵਾਂਗੇ? ਡਿਪਾਰਟਮੈਂਟ ਹੀ ਆਪਣੇ ਆંકੜੇ ਚੈੱਕ ਕਰ ਲਏ, ਲਗਾਤਾਰ ਅਸੀਂ 2-3 ਸਾਲਾਂ ਤੋਂ ਡਿਕਲਾਈਨ ਵੱਲ ਜਾ ਰਹੇ ਹਾਂ। ਸਾਡੀ ਟੈਕਸ, ਅਸੀਂ ਸਰਕਾਰ ਨੂੰ ਟੈਕਸ ਦੇਣਾ ਘਟਾਤਾ ਹੈ। ਇੱਟ ਵਿਕੂਗੀ ਤਾਂ ਟੈਕਸ ਦੇਵਾਂਗੇ, ਇੱਥੇ ਤਾਂ ਤਨਖਾਹਾਂ ਦੇਣ ਨੂੰ ਔਖਾ ਹੋ ਰਿਹਾ ਜੀ ਕੰਮ। ਇਸ ਲਈ ਮੇਰੀ ਸਰਕਾਰ ਵੱਲ, ਡਿਪਾਰਟਮੈਂਟਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਹ ਕਾਲਾ ਬਾਜ਼ਾਰੀ ਬੰਦ ਕਰਾਇਆ ਜਾਵੇ ਜਲਦੀ ਤੋਂ ਜਲਦੀ, ਤੇ ਸਰਕਾਰ ਦਾ ਹੀ ਫਾਇਦਾ ਜੀ, ਤੁਹਾਡੀ ਇੰਡਸਟਰੀ ਦਾ ਹੀ ਫਾਇਦਾ। ਮੇਰਾ ਨਾਮ ਪੰਕਜ ਡਡਵਾਲ ਜੀ, ਮੈਂ ਹੁਸ਼ਿਆਰਪੁਰ ਤਹਿਸੀਲ ਬ੍ਰਿਕਲ ਐਸੋਸੀਏਸ਼ਨ ਦਾ ਜਨਰਲ ਸੈਕਟਰੀ। ਅੱਜ ਇੱਕ ਆ ਗੱਡੀ ਜਿਹੜੀ ਤਕਰੀਬਨ 25000 ਇੱਟਾਂ ਲੈ ਕੇ ਬਾਹਰੋਂ ਆਈ, ਅਸੀਂ ਵੱਡੇ ਹਰਿਆਣੇ ਥਾਣੇ ਨੂੰ ਇਹਦੇ ਬਾਰੇ ਫੋਨ ਕੀਤਾ ਤੇ ਉਹਨਾਂ ਨੇ ਇਹਦਾ ਇੱਕ ਚਲਾਨ ਕੱਟਿਆ ਹੋਇਆ। ਅਸੀਂ ਜੀਐਸਟੀ ਡਿਪਾਰਟਮੈਂਟ ਨੂੰ ਵੀ ਤੇ ਡੀਐਫਸੀ ਡਿਪਾਰਟਮੈਂਟ ਨੂੰ ਵੀ, ਦੋਨਾਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਪਲੀਜ਼ ਇਹਦੇ ਵਿੱਚ ਥੋੜ੍ਹਾ ਜਿਹਾ ਸਾਡਾ ਸਹਿਯੋਗ ਦੇਣ, ਤਾਂ ਕਿ ਜਿਹੜੀਆਂ ਬਾਹਰੋਂ ਆ ਰਹੀਆਂ ਇੱਟਾਂ ਰੋਕੀਆਂ ਜਾ ਸਕਣ ਤੇ ਆਪਣੇ ਜਿਹੜੇ ਜ਼ਿਲ੍ਹੇ ਦੇ ਭੱਠੇ ਆ ਉਹਨਾਂ ਦੀ ਸੇਲ ਵੱਧ ਸਕੇ, ਤੇ ਵੱਧ ਤੋਂ ਵੱਧ ਇਹ ਸਾਡਾ ਸਹਿਯੋਗ ਕਰਨ ਦਾ ਅਸੀਂ ਵੀ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜੀਏ। ਆਹ ਦੇਖੋ ਜੀ, ਸਾਡੇ ਖੜੇ ਖੜੇ ਇੱਕ ਗੱਡੀ ਹੋਰ ਆ ਗਈ ਹੈ। ਇਹਨੂੰ ਵੀ ਪੁੱਛਿਆ ਗਿਆ ਕਿ ਤੈਨੂੰ ਕਿਹਨੇ ਸੱਦਿਆ, ਤਾਂ ਇਸਨੇ ਨਾਮ ਲਿਆ ਕਿ ਕੋਈ ਗੋਲਡੀ ਡੀਲਰ ਹੈ, ਲਾਜਵੰਤੀ ਦੇ ਬਾਅਦ ਟਾਂਡਾ ਰੋਡ ਤੇ ਪੈਟਰੋਲ ਪੰਪ ਦੇ ਵਿੱਚ ਆਫਿਸ ਹੈ ਜੀ। ਇਹਨਾਂ ਨੇ ਉਹਨਾਂ ਦਾ ਨੰਬਰ ਵੀ ਦੱਸਿਆ ਹੈ। ਤੇ ਮੈਂ ਦੇਖੋ ਮੈਡਮ, ਆ ਸਾਡੇ ਖੜੇ ਖੜੇ ਅੱਧੇ ਘੰਟੇ ਦਾ ਦੂਸਰਾ ਟਰੱਕ ਆ ਜਿਹੜਾ ਕਿ ਤੁਹਾਨੂੰ ਆ ਡਰਾਈਵਰ ਨੇ ਬਿਆਨ ਦੇ ਦਿੱਤਾ ਹੈ ਕੈਮਰੇ ਤੇ ਕਿ ਕਿਸ ਨੇ ਮੰਗਾਇਆ ਹੈ, ਰੀਸੇਲ ਕਰਨ ਲਈ ਮੰਗਾਈ ਹੈ। ਅਸੀਂ ਤਾਂ ਹੱਥ ਜੋੜ ਕੇ ਇਹੀ ਸਾਡੀ ਬੇਨਤੀ ਹੈ ਕਿ ਦਵਾ ਦਵ ਜਲਦੀ ਤੋਂ ਜਲਦੀ ਕੋਈ ਐਕਸ਼ਨ ਲਿੱਤਾ ਜਾਵੇ, ਨਹੀਂ ਤਾਂ ਅਸੀਂ ਕਿੱਦਾਂ ਚਲਾਵਾਂਗੇ ਭੱਠੇ? ਤੁਸੀਂ ਜਾਂ ਤਾਂ ਸਾਨੂੰ ਦੱਸ ਦਿਓ, ਨਹੀਂ ਤਾਂ ਅਸੀਂ ਚਾਬੀਆਂ ਤੁਹਾਨੂੰ ਸੌਂਪ ਦਿੰਦੇ ਹਾਂ। ਹਰੇਕ ਗੱਡੀ ਦੇ ਵਿੱਚ ਜਿਹੜਾ ਨਾਲ ਬਿੱਲ ਆ ਰਿਹਾ ਹੈ ਉਹ 'ਤੇ ਐਡਰੈਸ ਕੋਈ ਹੈ। ਗੱਡੀ ਦੇ ਵਿੱਚ ਇੱਟ ਹੁੰਦੀ ਆ 20-25000, ਬਿੱਲ ਹੁੰਦਾ ਵਾ 10-12000 ਦਾ। ਇੱਟ ਵਿਕਦੀ 6000 ਨੂੰ ਆ, ਰੇਟ ਲੱਗਾ ਹੁੰਦਾ 3000, 3500, 4000। ਇਹ ਦੇਖੋ ਨਾ, ਸਿੱਧਾ ਹੀ ਟੈਕਸ ਦੀ ਚੋਰੀ ਹੋ ਰਹੀ ਆ। ਇਹ ਗੱਡੀਆਂ ਓਵਰਲੋਡ ਆ ਰਹੀਆਂ ਨੇ, ਕੋਈ ਇਹਨਾਂ 'ਤੇ ਟ੍ਰੈਫਿਕ ਡਿਪਾਰਟਮੈਂਟ, ਡੀਟੀਓ ਡਿਪਾਰਟਮੈਂਟ, ਜੀਐਸਟੀ ਡਿਪਾਰਟਮੈਂਟ, ਡੀਐਫਸੀ ਡਿਪਾਰਟਮੈਂਟ ਕੋਈ ਵੀ ਐਕਸ਼ਨ ਨਹੀਂ ਲੈ ਰਿਹਾ। ਇਹ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀਆਂ। ਅਸੀਂ ਤਾਂ ਕੱਲ੍ਹ ਹੀ ਸ਼ੁਰੂ ਹੋਏ ਹਾਂ, ਕਿਉਂਕਿ ਹੁਣ ਅਸੀਂ ਬੇਅਰ ਲੋਸ ਕਰਨ ਦੇ ਤਦਾਦ ਤੋਂ ਨਿਕਲ ਚੁੱਕੇ ਹਾਂ। ਬਹੁਤ ਹੀ ਘਾਟਾ ਪੈ ਰਿਹਾ ਭੱਠਾ ਇੰਡਸਟਰੀ ਨੂੰ। ਅਸੀਂ ਵਾਰ-ਵਾਰ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਕਿ ਇਹਨਾਂ ਦੇ ਖਿਲਾਫ ਐਕਸ਼ਨ ਲਿੱਤਾ ਜਾਵੇ। ਇਹ ਆਪਣੇ ਆ ਗੱਡੀਆਂ ਮਾਨਸਾ ਸਾਈਡ ਤੋਂ ਆਉਂਦੀਆਂ ਨੇ ਜੀ ਹੁਸ਼ਿਆਰਪੁਰ ਜ਼ਿਲ੍ਹੇ ਨੂੰ। ਇਹ 'ਚ ਓਵਰਲੋਡਿੰਗ ਇੱਟਾਂ ਲੱਦੀਆਂ ਨੇ ਜੀ, ਤੇ ਉਹ ਵੀ ਭੱਠੇ ਦੇ ਮਾਲਕਾਂ ਨੇ ਇਕੱਠੇ ਹੋ ਕੇ ਪਹਿਲਾਂ ਵੀ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਪਹਿਲਾਂ, ਮਤਲਬ ਹੁਣ ਅੱਜ 2 ਗੱਡੀਆਂ ਰੋਕੀਆਂ ਨੇ ਜੀ, ਤੇ ਇੱਕ ਗੱਡੀ ਦੇ ਵਿੱਚ 30 ਟਨ ਲੋਡ ਜ਼ਿਆਦਾ ਤੇ ਇੱਕ 'ਚ 25 ਟਨ ਜ਼ਿਆਦਾ ਜੀ, ਤੇ ਉਹਨਾਂ ਦਾ ਚਲਾਨ ਅਸੀਂ ਜੋ ਕਾਨੂੰਨੀ कार्रवाई बनती वो कर देती है। द स्टारलाइट न्यूज के लिए संवाददाता गुरजीत सोनू के साथ कैमरामैन जितेंद्र प्रिंस की रिपोर्ट।